ओम शांति। अज है 12/6/2022 दी अव्यक्त बाप दादा जी दी मुरली। अज दी मुरली रिवाइज मुरली हैगी 3/4/51 दी। अज बाप दादा जी ने आख्या मुरली दा सार हैगा अज सारियां हद्दां नूं कढ दिओ तां बेहद दे वैरागी बनो। अज कल्प बाद फिर तो मिलन मनाण सारे बच्चे अपने साकारी स्वीट होम मधुबन पहुँच गए सन। साकारी वतन दा स्वीट होम मधुबन ही हुंदा ए जिथे बाप अते बच्चियां दा रूहानी मेला लगदा ए। मिलन मेला हुंदा ए तां सारे बच्चे मिलन मेले विच आए होए सन। ਇੱਥੇ ਬਾਪ ਅਤੇ ਬੱਚਿਆਂ ਦਾ ਮਿਲਨ ਮੇਲਾ ਸਿਰਫ ਇਸ ਸੰਗਮ ਯੁੱਗ ਤੇ ਹੀ ਮਧੂਵਨ ਵਿੱਚ ਹੀ ਹੁੰਦਾ ਏ। ਇਸ ਲਈ ਸਾਰੇ ਭੱਜ ਭੱਜ ਕੇ ਮਧੂਬਨ ਵਿੱਚ ਪਹੁੰਚ ਗਏ ਸਨ। ਮਧੂਬਨ ਬਾਪ ਦਾਦਾ ਦਾ ਸਾਕਾਰ ਰੂਪ ਵਿੱਚ ਮਿਲਨ ਕਰਾਂਦਾ ਏ। ਨਾਲ ਨਾਲ ਸਹਿਜ ਯਾਦ ਦੁਆਰਾ ਅਵਿਅਕਤ ਮਿਲਨ ਵੀ ਕਰਾਂਦੇ ਸਨ ਕਿਉਂਕਿ ਮਧੂਬਨ ਦੀ ਧਰਤੀ ਉੱਤੇ रूहानी मिलन दी साकार रूप विच मिलन दी अनुभूति दा वरदान मिलदा है। वरदानी धरनी होण दे कारण मिलन दा अनुभव बड़ी सहज हो जांदा है अते कोई भी स्थान ते ज्ञान सागर अते ज्ञान नदियां दा मिलन मेला नहीं हुंदा। सागर नदियां दा मिलन मेले दा यह इक्को ही स्थान हैगा। ऐसे महान वरदानी धरनी ते आए होए सन। एवें अपने आप जी नूं समझदे हो ना। तपस्या वर्ष विच विशेष इस कल्प विच पहली बार मिलन वाले बच्चियां नूं गोल्डन चांस मिलदा है। किन्ने लक्की हो तुसी। तपस्या दे आद विच भी नवे बच्चियां नूं एक्सट्रा बल मिलदा है तां आदि विच भी इहो एक्सट्रा बल अगे दे लई ਅੱਗੇ ਵਧਾਉਣ ਦੇ ਲਈ ਸਹਿਯੋਗੀ ਬਣੇਗਾ। ਇਸ ਲਈ ਨਵੇਂ ਬੱਚਿਆਂ ਨੂੰ ਡਰਾਮਾ ਨੇ ਵੀ ਅੱਗੇ ਵਧਣ ਦਾ ਸਹਿਯੋਗ ਦਿੱਤਾ ਏ। ਇਸ ਲਈ ਇਹ ਉਲਹਿਣਾ ਕਦੇ ਵੀ ਨਹੀਂ ਦੇ ਸਕਦੇ ਕਿ ਅਸੀਂ ਤਾਂ ਪਿੱਛੇ ਆਏ ਹਾਂ। ਨਹੀਂ, ਤਪੱਸਿਆ ਵਰਸ਼ ਨੂੰ ਵਰਦਾਨ ਮਿਲਿਆ ਹੋਇਆ ਏ। ਤਪੱਸਿਆ ਵਰਸ਼ ਵਿੱਚ ਵਰਦਾਨੀ ਭੂਮੀ ਤੇ ਆਉਣ ਦਾ ਅਧਿਕਾਰ ਮਿਲਿਆ ਸਨ, ਚਾਂਸ ਮਿਲਿਆ ਸਨ। ਇਹ ਐਕਸਟਰਾ ਭਾਗ ਕੋਈ ਘੱਟ ਥੋੜੇ ਹੀ ਹੈਗਾ। ਇਹ ਵਰਸ਼ ਹੈਗਾ ਮਧੂਬਨ ਧਰਨੀ ਦਾ ਆਪਣੇ ਪੁਰਸ਼ਾਰਥ ਦਾ ਤਿੰਨਾਂ ਵਰਦਾਨ ਵਿਸ਼ੇਸ਼ ਰੂਪ ਤੇ ਆਪ ਜੀ ਨਵੇਂ ਬੱਚਿਆਂ ਨੂੰ ਮਿਲਿਆ ਹੋਇਆ ਏ। ਤਾਂ ਕਿੱਡੇ ਲੱਕੀ ਬੱਚੇ ਹੋ ਤੁਸੀਂ। ਇੰਨੇ ਅਵਿਨਾਸ਼ੀ ਭਾਗ ਦਾ ਨਸ਼ਾ ਸਦਾ ਰੱਖਣਾ ਚਾਹੀਦਾ ਏ। सिर्फ ਇੱਥੇ तक नशा ना रवे लेकिन अविनाशी बाप सन, अविनाशी आप जी श्रेष्ठ आत्मावां सन तां भाग भी तां तुहाडा अविनाशी ही होवेगा ना। ਇਹ सिर्फ सहज अटेंशन देण दीयां गल्लां सन। टेंशन वाला अटेंशन नहीं, सहज अटेंशन होवे और अते मुश्किल ना होवे। मेरा बाबा जान लिता है, मन भी लिता है तां जान लिता, मन लिता, अनुभव कर लिता तां अधिकार भी प्राप्त हो ही जावेगा। फिर मुश्किल क्या ही लगदा है। सिर्फ एक ही मेरा बाबा यह जेकर अनुभव हो जावे तां इहो फुल नॉलेज सन। एक बाबा शब्द विच सारा आदि मध्य अंत दा ज्ञान समाया होया सन क्योंकि बीज सन ना। बीज विच सारा झाड़ समाया होया हुंदा ए। विस्तार भुल सकदे हां लेकिन सार एक बाबा शब्द यह सदा याद रखना मुश्किल हो जांदा ए। सदा सहज नहीं लगदा, कदे सहज कदे मुश्किल भी लगदा ए। सदा बाबा मेरा ए, मेरे नाल ए। कदे कदे नहीं मेरा हैगा, कदे कदे मेरे नाल नहीं हैगा, सदा हैगा, सदा मेरे नाले। भगवान ने आख्या आप जी मेरे हो और तुसी भी आखदे हो आप जी मेरे हो।
ਫਿਰ ਕੀ ਮੁਸ਼ਕਿਲ ਹੋ ਗਿਆ। ਇਸ ਲਈ ਵਿਸ਼ੇਸ਼ ਨਵੇਂ ਬੱਚੇ ਹੋਰ ਅੱਗੇ ਵੱਧਦੇ ਸਨ। ਹੁਣ ਵੀ ਅੱਗੇ ਵਧਣ ਦਾ ਚਾਂਸ ਮਿਲਿਆ ਹੋਇਆ ਏ। ਫਾਈਨਲ ਸਮਾਪਤੀ ਦਾ ਹਜੇ ਬੈਂਡ ਬਾਜਾ ਬਗੁਲ ਅਜੇ ਵੱਜਿਆ ਨਹੀਂ ਹੈਗਾ। ਇਸ ਲਈ ਇਸ ਮਿਲੇ ਹੋਏ ਸਮੇਂ ਵਿੱਚ ਉਡਦੇ ਰਹੋ, ਔਰਾਂ ਨੂੰ ਵੀ ਉਡਾਉਂਦੇ ਰਹੋ। ਇਸ ਦੀ ਵਿਧੀ ਸਨ ਵੇਸਟ ਅਰਥਾਤ ਵਿਅਰਥ ਨੂੰ ਬਚਾਓ। ਬੱਚਤ ਦਾ ਖਾਤਾ, ਜਮਾ ਦਾ ਖਾਤਾ ਵਧਾਉਂਦੇ ਚਲੋ, ਕਿਉਂਕਿ 63 ਜਨਮਾਂ ਤੋਂ ਤੁਸੀਂ ਬੱਚਤ ਨਹੀਂ ਕੀਤੀ, ਲੇਕਿਨ ਗਵਾਇਆ ਹੀ ਗਵਾਇਆ ਏ। ਸਾਰੇ ਖਾਤੇ ਵਿਅਰਥ ਗਵਾ ਕੇ ਖਤਮ ਤੁਸੀਂ ਕਰ ਦਿੱਤੇ ਨੇ। ਸਵਾਸਾਂ ਦਾ ਖਜ਼ਾਨਾ ਵੀ ਗਵਾਇਆ, ਸੰਕਲਪਾਂ ਦਾ ਖਜ਼ਾਨਾ ਗਵਾਇਆ, ਸਮਾਂ ਦਾ ਖਜ਼ਾਨਾ ਗਵਾਇਆ, ਗੁਣਾਂ ਦਾ ਖਜ਼ਾਨਾ ਵੀ ਗਵਾਇਆ, ਸ਼ਕਤੀਆਂ ਦਾ ਖਜ਼ਾਨਾ ਵੀ ਗਵਾਇਆ, ਗਿਆਨ ਦਾ ਖਜ਼ਾਨਾ ਵੀ ਗਵਾਇਆ। ਕਿੱਡੇ ਖਾਤੇ ਖਾਲੀ ਕਰ ਦਿੱਤੇ ਨੇ। ਹੁਣ ਇਨ ਸਾਰਿਆਂ ਖਾਤਿਆਂ ਨੂੰ ਜਮ੍ਹਾਂ ਕਰੋ। ਜਮ੍ਹਾਂ ਹੋਣ ਦਾ ਸਮਾਂ ਹੁਣ ਹੀ ਹੈਗਾ। ਔਰ ਜਮ੍ਹਾਂ ਕਰਨ ਦੀ ਵਿਧੀ ਸਣ ਬਾਪ ਦੁਆਰਾ ਮਿਲੀ ਹੋਈ ਸਹਿਜ ਵਿਧੀ ਹੈ। ਅਵਿਨਾਸ਼ੀ ਖਜ਼ਾਨੇ ਖਰਚ ਕਰਨ ਤੋਂ ਘੱਟ ਹੁੰਦੇ ਨੇ, ਖੁੱਟਦੇ ਨੇ, ਔਰ ਇਹ ਅਵਿਨਾਸ਼ੀ ਖਜ਼ਾਨੇ ਖਰਚ ਕਰਨੇ ਤੋਂ ਵੱਧਦੇ ਨੇ। ਜਿੰਨਾ ਆਪਣੇ ਆਪ ਜੀ ਦੇ ਲਈ, ਔਰਾਂ ਦੇ ਲਈ ਸ਼ੁਭ ਵ੍ਰਿਤੀ ਨਾਲ ਇਹਨਾਂ ਖਜ਼ਾਨਾ ਨੂੰ ਕਾਰਜ ਵਿੱਚ ਲਗਾਓਗੇ, ਉਨਾ ਇਹ ਖਜ਼ਾਨੇ ਤੁਹਾਡੇ ਕੋਲ ਜਮ੍ਹਾਂ ਹੁੰਦੇ ਜਾਣਗੇ, ਤੁਹਾਡੇ ਵੱਧਦੇ ਜਾਣਗੇ। ਇੱਥੇ ਖਜ਼ਾਨਾ ਨੂੰ ਕਾਰਜ ਵਿੱਚ ਲਗਾਉਣਾ ਏ। ਇਹ ਜਮ੍ਹਾਂ ਦੀ ਵਿਧੀ ਸਨ। ਉਹ ਉੱਥੇ ਰੱਖਣਾ ਜਮ੍ਹਾਂ ਕਰਨ ਦੀ ਵਿਧੀ ਸਨ, ਇੱਥੇ ਲਗਾਉਣਾ ਜਮ੍ਹਾਂ ਕਰਨ ਦੀ ਵਿਧੀ ਸਨ। ਫਰਕ ਹੈਗਾ ਨਾ। ਸਮਾਂ ਨੂੰ ਸਵਯੰ ਆਪਣੇ ਆਪ ਜੀ ਦੇ ਪ੍ਰਤੀ, ਔਰਾਂ ਦੇ ਪ੍ਰਤੀ ਸ਼ੁੱਧ ਕਾਰਜ ਵਿੱਚ ਲਗਾਓ ਤਾਂ ਜਮ੍ਹਾਂ ਹੁੰਦੇ ਜਾਣਗੇ। ਗਿਆਨ ਨੂੰ ਕਾਰਜ ਵਿੱਚ ਲਗਾਓ। ਗੁਣਾਂ ਅਤੇ ਸ਼ਕਤੀਆਂ ਨੂੰ ਜਿੰਨਾ ਕਾਰਜ ਵਿੱਚ ਲਗਾਉਂਦੇ ਜਾਓਗੇ ਉਨਾ ਵੱਧਦੇ ਜਾਣਗੇ। ਐਵੇਂ ਨਹੀਂ ਸੋਚਣਾ ਕਿ ਜਿਵੇਂ ਉਹ ਲੋਕਰ ਵਿੱਚ ਰੱਖ ਦਿੰਦੇ ਸਨ, ਸਮਝਦੇ ਸਨ ਬਹੁਤ ਜਮ੍ਹਾਂ ਹੋ ਜਾਵੇਂਗੇ। ਐਵੇਂ ਆਪ ਜੀ ਵੀ ਸੋਚੋ ਕਿ ਮੇਰੀ ਬੁੱਧੀ ਵਿੱਚ ਗਿਆਨ ਬਹੁਤ ਸਨ, ਗੁਣ ਵੀ ਸਨ, ਮੇਰੇ ਵਿੱਚ ਬਹੁਤ ਸਨ, ਸ਼ਕਤੀਆਂ ਵੀ ਬਹੁਤ ਸਨ, ਪਰ ਬੁੱਧੀ ਦੇ ਲੋਕਪ ਵਿੱਚ ਜਮ੍ਹਾਂ ਕਰਕੇ ਨਹੀਂ ਰੱਖਣਾ, ਉਸ ਨੂੰ ਯੂਜ਼ ਕਰਨਾ ਏ। ਸਮਝਿਆ ਕੀ ਕਰਨਾ ਹੈ? ਜਮ੍ਹਾਂ ਕਰਨ ਦੀ ਵਿਧੀ ਕੀ ਹੈਗੀ? ਕਾਰਜ ਵਿੱਚ ਲਗਾਓ। ਜਿੰਨਾ ਤੁਸੀਂ ਕੰਮ ਵਿੱਚ ਲਗਾਉਂਦੇ ਜਾਓਗੇ ਉਨਾ ਤੁਹਾਡੇ ਖਜ਼ਾਨੇ ਵੱਧਦੇ ਜਾਣਗੇ, ਨਹੀਂ ਤਾਂ ਲੂਜ਼ ਹੋ ਜਾਣਗੇ। ਯੂਜ਼ ਕਰੋ, ਨਹੀਂ ਤਾਂ ਲੂਜ਼ ਹੋਣਗੇ। ਕਈ ਬੱਚੇ ਆਖਦੇ ਸਨ ਸਾਰੇ ਖਜ਼ਾਨੇ ਮੇਰੇ ਅੰਦਰ ਬਹੁਤ ਸਮਾਏ ਹੋਏ ਸਨ, ਲੇਕਿਨ ਸਮਾਇਆ ਹੋਇਆਂ ਦੀ ਨਿਸ਼ਾਨੀ ਕੀ ਹੁੰਦੀ ਏ? ਸਮਾਏ ਹੋਏ ਅਰਥਾਤ ਜਮ੍ਹਾਂ ਸਨ। ਉਹਨਾਂ ਦੀ ਨਿਸ਼ਾਨੀ ਆਪਣੇ ਆਪ ਦੇ ਪ੍ਰਤੀ ਵਾ ਔਰਾਂ ਦੇ ਪ੍ਰਤੀ ਸਮੇਂ ਤੇ ਕੰਮ ਵਿੱਚ ਆਣ। ਕੰਮ ਵਿੱਚ ਜੇਕਰ ਨਹੀਂ ਆਂਦੇ ਤਾਂ ਕਹਾਂਗੇ ਜਮ੍ਹਾਂ ਨਹੀਂ ਕੀਤੇ। ਜਮ੍ਹਾਂ ਕੀਤੇ ਹੋਏ ਸਨ ਪਰ ਖਰਚ ਨਹੀਂ ਕਰਦੇ ਤਾਂ ਘਟ ਜਾਣਗੇ। ਇਸ ਲਈ ਯਥਾਰਥ ਜਮ੍ਹਾਂ ਕਰਨ ਦੀ ਵਿਧੀ ਆਖਾਂਗੇ ਕਿ ਉਹਨੂੰ ਵੰਡਦੇ ਜਾਓ। ਜਿੰਨਾ ਵੰਡਦੇ ਜਾਓਗੇ ਉਨਾ ਵੱਧਦੇ ਜਾਣਗੇ। ਸਮਾਂ ਤੇ ਸੰਪੂਰਨਤਾ ਦੀ ਸਿੱਧੀ ਵੀ ਤਾਂ ਹੀ ਮਿਲੇਗੀ, ਨਹੀਂ ਤਾਂ ਧੋਖਾ ਮਿਲ ਜਾਏਗਾ, ਸਿੱਧੀ ਨਹੀਂ ਮਿਲੇਗੀ। ਗੁਣਾਂ ਅਤੇ ਸ਼ਕਤੀਆਂ ਨੂੰ ਕਾਰਜ ਵਿੱਚ ਲਗਾਓ ਤਾਂ ਹੀ ਵਧਣਗੇ। ਤਾਂ ਬੱਚਤ ਦੀ ਵਿਧੀ, ਜਮ੍ਹਾਂ ਕਰਨ ਦੀ ਵਿਧੀ ਨੂੰ ਅਪਣਾਓ, ਫਿਰ ਵਿਅਰਥ ਦਾ ਖਾਤਾ ਆਪਣੇ ਆਪ ਹੀ ਸਮਾਪਤ ਹੋ ਜਾਵੇਗਾ। ਉਹ ਪਰਿਵਰਤਨ ਹੋ ਕੇ ਸਫਲ ਹੋ ਜਾਵੇਗਾ। ਜਿਵੇਂ ਭਗਤੀ ਮਾਰਗ ਵਿੱਚ ਇਹ ਨਿਯਮ ਸਨ ਕਿ ਜਿੰਨਾ ਵੀ ਆਪ ਜੀ ਦੇ ਕੋਲ ਸਥੂਲ ਧਨ ਸਨ ਉਸ ਦੇ ਲਈ ਆਖਦੇ ਸਨ ਦਾਨ ਕਰਦੇ ਜਾਓ, ਤਾਂ ਹੀ ਸਫਲ ਹੋਵੇਗਾ, ਵਧੇਗਾ। ਸਫਲ ਕਰਨ ਦੇ ਲਈ ਕਿੰਨਾ ਉਮੰਗ ਉਤਸ਼ਾਹ ਵਧਾਉਂਦੇ ਸਨ। ਭਗਤੀ ਵਿੱਚ ਵੀ ਇਹੋ ਜਿਹਾ ਕੰਮ ਕਰਦੇ ਸਨ। ਤਾਂ ਆਪ ਜੀ ਤਾਂ ਤਪੱਸਿਆ ਵਰਸ਼ ਵਿੱਚ ਸਿਰਫ ਇਹ ਨਹੀਂ ਚੈੱਕ ਕਰੋ ਕਿ ਅਸੀਂ ਵਿਅਰਥ ਕਿੰਨਾ ਗਵਾਇਆ। ਵਿਅਰਥ ਗਵਾਇਆ ਉਹ ਅਲੱਗ ਗੱਲ ਏ, ਲੇਕਿਨ ਇਹ ਵੀ ਚੈੱਕ ਕਰੋ ਕਿ ਸਫਲ ਕਿੰਨਾ ਕੀਤਾ। ਜਿਹੜੇ ਸਾਰੇ ਖਜ਼ਾਨੇ ਸੁਣਾਏ ਸਨ, ਗੁਣ ਵੀ ਸਨ, ਬਾਪ ਦੀ ਦੇਣ ਸਨ। ਮੇਰਾ ਇਹ ਗੁਣ ਹੈਗਾ,
मेरी शक्ति सन। यह स्वप्न विच भी सोचना गलती हुंदी है। यह बाप दी देन सन, प्रभु देन सन। परमात्म देन नूं अपना मनना यह मां पाप है। कई वारी कई बच्चे सधारण भाषा विच सोचते भी सन, बोलते भी सन। मेरे इस गुण नूं यूज नहीं किया गया। मेरे विच यह शक्ति सन, मेरी बुद्धि बड़ी चंगी है, इस नूं यूज नहीं किया जाता। मेरी आखना मेरी कित्थों आई, मेरी आख्या माना मैली हो गई। भगती विच भी इहो शिक्षा 63 जन्म लैंदे भी आए, देंदे भी आए हो। मेरा नहीं मनो, तेरा तेरा आखो, लेकिन फिर भी मेरा ही मनदे आए हो। ਤਾਂ ਗਿਆਨ ਮਾਰਗ ਵਿੱਚ ਵੀ ਹੁਣ ਬਾਪ ਇਹੀਓ ਸਿਖਾਉਂਦੇ ਸਨ ਕਿ ਹਰ ਗੱਲ, ਹਰ ਚੀਜ਼, ਹਰ ਗੁਣ ਅਤੇ ਸ਼ਕਤੀ ਨੂੰ ਤੇਰਾ ਆਖੋ, ਤੇਰਾ ਮੰਨਣਾ, ਤੇਰਾ ਔਰ ਮੇਰਾ। ਇਹ ਠੱਗੀ ਇੱਥੇ ਨਹੀਂ ਚਲਦੀ। ਇਸ ਲਈ ਪ੍ਰਭੂ ਪ੍ਰਸਾਦ ਨੂੰ ਆਪਣਾ ਮੰਨਣਾ ਇਹ ਅਭਿਮਾਨ ਅਤੇ ਅਪਮਾਨ ਕਰਨਾ ਹੁੰਦਾ ਏ। ਬਾਬਾ ਬਾਬਾ ਸ਼ਬਦ ਕਦੇ ਵੀ ਭੁੱਲਣਾ ਨਹੀਂ। बाबा ने शक्ति दिती, बाबा ने बुद्धि दिती, बाबा दा कारज है, बाबा दा सेंटर है, बाबा दी सारियां चीज़ां सन। एवें नहीं समझो कि मेरा सेंटर सन, असी बनाया है, साडा अधिकार है। मेरा शब्द कित्थों आया, आप जी दा की हैगा। आप जी दे कोल तां कुछ भी नहीं, गठड़ी संभाल के रखनी है कि। कई बच्चे इहो नशा भी खांदे सन कि असी इड्डा सुंदर सेंटर बनाया है, साडा मकान बड़ा सुंदर बनया है, इत्थे साडा अधिकार है। लेकिन बनाया किस दा सेंटर है? बाबा दा सेंटर बनाया है। तां जदों बाबा नूं अर्पण कर दिता तां फिर आप जी दा अधिकार उत्थे कित्थों आया? मेरा कहना नहीं, बुद्धि तो समझना है कि बाप जी दा अधिकार है। तां कहंदे सन मेरा है, मेरे मेरे नूं हुण तेरे तेरे विच बदल दिओ। मेरे मेरे ने ही तुहानूं मैला कीता है, हुण भी मेरा मेरा करोगे तां और मैले हो जाओगे। जदों ब्राह्मण बने तां ब्राह्मण जीवन दा बाप जी ने पहला वादा किहड़ा करवाया सी? नया नूं भी वायदा करांदे आ तां पुराणिਆਂ नूं भी कराया सी। नवें भी हुण तक पुराने हो गए हुण ने निश्चय बुद्धि दा फार्म भर के आए सन ना। तां सब तो पहला वायदा की कीता है? बाबा तन मन धन अते बुद्धि सब कुछ तेरा है। यह वादा सारियां ने कीता है ना। हुण वायदा करन वाले हो तां हथ उठाओ। जेड़े समझदे सन कि आई वेल दे लई असी कुछ रखिया होया है, कुछ रखना भी पैंदा है। सब कुछ बाप नूं किवें दे दईए? कुछ तां किनारा रखना पैंदा है ना। जेड़े समझदे सन कि यह समझदारी दा काम है, ओ हथ चक्को। कुछ किनारे रखिया होया है, वेख देख वेखना पैंदा है। फिर एवें नहीं आखना कि असी तां अपने लई कुछ थोड़ा बहुत ही रखिया है। बाप जी दे कोल तां सारा कुछ विखदा है। बाप जी दे कोल टीवी बहुत क्लीयर सन। इड्डी भीड़ विच कि बाप नूं किस नूं वेखणगे, इस लई हथ नहीं चकदे, उस विच छिप नहीं सकदे। इस लई सोच समझ के थोड़ा रखना होवे तां पल रखो। पांडव की समझदे हो कि थोड़ा रखना चाहिदा है? चंगी तरह सोच लियो। जिन्हां ने रखिया है वो भी हाथ उठा लियो, नहीं फिर बच जाणगे। नहीं तां यह समा, यह सभा, यह आप दा कांध इलाना सारा कुछ भी खाणगे। कदे भी मेरापन किसी भी गल विच नहीं रखना। बाप ने आख्या दा बाप दा ही हो गया। अगर अपना आख्या तां पाप हो जावेगा। पाप दे वश हुंदे हो, फिर बुद्धि कम नहीं करेगी। किन्ना भी समझाओ आखांगे फिर भी कहणगे अइयो राइट है, ऐ ते होना ही है, ऐ तां करना ही है। बाप नूं भी इहो जे बच्चियां नूं वेख उन्हां उत्ते रहम पैंदा है
ਕਿ ਕਿਉਂਕਿ ਉਸ ਸਮਾਂ ਪਾਪ ਦੇ ਵਸ਼ ਵਿੱਚ ਹੋ ਜਾਂਦੇ ਸਨ, ਇਸ ਲਈ ਬਾਪ ਨੂੰ ਭੁੱਲ ਜਾਂਦੇ ਸਨ। ਤਾਂ ਪਾਪ ਆ ਜਾਂਦਾ ਏ। ਪਾਪ ਦੇ ਵਸ਼ ਹੋਣ ਕਾਰਨ ਜੋ ਬੋਲਦੇ ਸਨ, ਜੋ ਕਰਦੇ ਸਨ, ਜੋ ਆਪਣੇ ਆਪ ਨੂੰ ਵੀ ਨਹੀਂ ਸਮਝਦੇ ਕਿ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਪਰਵਸ਼ ਹੋ ਜਾਂਦੇ ਸਨ। ਤਾਂ ਸਦਾ ਗਿਆਨ ਦੇ ਹੋਸ਼ ਵਿੱਚ ਰਹੋ, ਪਾਪ ਦੇ ਜੋਸ਼ ਵਿੱਚ ਨਹੀਂ ਆਓ। ਵਿੱਚ ਵਿੱਚ ਮਾਇਆ ਵੀ ਬੜੀ ਲਹਿਰਾਂ ਵਿਖਾਉਂਦੀ ਏ। ਆਪ ਨਵੇਂ ਇਨ ਗੱਲਾਂ ਤੋਂ ਬਚ ਕੇ ਰਹਿਣਾ, ਮੇਰਾ ਮੇਰਾ ਵਿੱਚ ਨਹੀਂ ਜਾਣਾ। ਥੋੜੇ ਪੁਰਾਣੇ ਹੋ ਜਾਂਦੇ ਸਨ ਤਾਂ ਫਿਰ ਇਹ ਮੇਰੇ ਮੇਰੇ ਦੀ ਮਾਇਆ ਬਹੁਤ ਤੰਗ ਕਰਦੀ ਏ। ਮੇਰਾ ਵਿਚਾਰ, ਮੇਰੀ ਬੁੱਧੀ ਨਹੀਂ। ਮੇਰਾ ਵਿਚਾਰ ਕਿੱਥੋਂ ਆਇਆ? ਤਾਂ ਸਮਝਿਆ ਜਮਾ ਕਰਨ ਦੀ ਵਿਧੀ ਕੀ ਹੈਗੀ। ਹਰ ਖਜ਼ਾਨੇ ਨੂੰ ਕਾਰਜ ਵਿੱਚ ਲਗਾਣਾ। ਸਫਲ ਕਰੋ, ਆਪਣੇ ਈਸ਼ਵਰੀय ਸੰਸਕਾਰਾਂ ਨੂੰ ਵੀ ਸਫਲ ਕਰੋ ਤਾਂ ਵਿਅਰਥ ਸੰਸਕਾਰ ਆਪੇ ਹੀ ਚਲੇ ਜਾਣਗੇ। ਈਸ਼ਵਰੀय ਸੰਸਕਾਰਾਂ ਨੂੰ ਕਾਰਜ ਵਿੱਚ ਨਹੀਂ ਲਗਾਉਂਦੇ ਤਾਂ ਲੋਕਰ ਵਿੱਚ ਰੱਖ ਦਿੰਦੇ ਸਨ। ਫਿਰ ਇਹੋ ਆਦਤ ਪੈ ਜਾਂਦੀ ਏ। ਕਈਆਂ ਨੂੰ ਆਦਤ ਹੁੰਦੀ ਏ ਬੈਂਕ ਵਿੱਚ ਜਾਂ ਅਲਮਾਰੀ ਵਿੱਚ ਰੱਖਣ ਦੀ। ਬਹੁਤ ਚੰਗੇ ਕੱਪੜੇ ਹੋਣਗੇ, ਪੈਸੇ ਹੋਣਗੇ, ਚੀਜ਼ਾਂ ਹੋਣਗੀਆਂ, ਲੇਕਿਨ ਯੂਜ਼ ਫਿਰ ਵੀ ਪੁਰਾਣੀ ਹੀ ਕਰਨਗੇ। ਪੁਰਾਣੀ ਚੀਜ਼ਾਂ ਨੂੰ ਨਾਲ ਉਹਨਾਂ ਦਾ ਬਹੁਤ ਪਿਆਰ ਹੁੰਦਾ ਏ, ਔਰ ਅਲਮਾਰੀ ਦੀ ਚੀਜ਼ਾਂ ਅਲਮਾਰੀ ਵਿੱਚ ਹੀ ਰਹਿ ਜਾਣਗੀਆਂ, ਉਹ ਪੁਰਾਣੇ ਤੋਂ ਵੀ ਚਲੇ ਜਾਣਗੇ। ਤੇ ਐਵੇਂ ਨਹੀਂ ਕਰਨਾ। ਪੁਰਾਣੇ ਸੰਸਕਾਰਾਂ ਨੂੰ ਯੂਜ਼ ਕਰਦੇ ਰਹੋ ਔਰ ਈਸ਼ਵਰੀय ਸੰਸਕਾਰ ਬੁੱਧੀ ਦੇ ਲੋਕਰ ਵਿੱਚ ਰੱਖੋ। ਨਹੀਂ, ਉਹਨਾਂ ਨੂੰ ਕਾਰਜ ਵਿੱਚ ਲਗਾਓ, ਸਫਲ ਕਰੋ, ਤਾਂ ਹੀ ਸਫਲਤਾ ਮੂਰਤ ਬਣਨਗੇ। ਸਫਲ ਕਰਨਾ ਮਾਣਾ ਹੀ ਬਚਾਣਾ ਅਤੇ ਵਧਾਣਾ ਏ। ਮਨਸਾ ਨਾਲ ਸਫਲ ਕਰੋ, ਵਾਣੀ ਨਾਲ ਸਫਲ ਕਰੋ, ਸੰਬੰਧ ਸੰਪਰਕ ਵਿੱਚ, ਕਰਮ ਵਿੱਚ, ਆਪਣੇ ਸ੍ਰੇਸ਼ਟ ਸੰਗ ਵਿੱਚ, ਆਪਣੇ ਪ੍ਰਤੀ ਸ਼ਕਤੀਸ਼ਾਲੀ ਵ੍ਰਿਤੀ ਨਾਲ ਸਫਲ ਕਰੋ। ਐਵੇਂ ਨਹੀਂ ਕਿ ਮੇਰੀ ਵ੍ਰਿਤੀ ਤਾਂ ਬਹੁਤ ਚੰਗੀ ਰਹਿੰਦੀ ਏ, ਲੇਕਿਨ ਸਫਲ ਕਿੰਨਾ ਕੀਤਾ। ਮੇਰੇ ਸੰਸਕਾਰ ਤਾਂ ਹਨ ਹੀ ਸ਼ਾਂਤੀ, ਲੇਕਿਨ ਸਫਲ ਕਰੋਗੇ ਤਾਂ ਹੀ ਤਾਂ ਸਫਲਤਾ ਪਾਓਗੇ ਨਾ। ਸਫਲ ਕਰਨਾ ਹੀ ਸਫਲਤਾ ਦੀ ਚਾਬੀ ਸਨ। ਸਮਝਿਆ ਹੁਣ ਕੀ ਕਰੋਗੇ? ਸਿਰਫ ਆਪਣੇ ਆਪ ਜੀ ਨੂੰ ਹੀ ਖੁਸ਼ ਨਹੀਂ ਕਰਦੇ ਰਹਿਣਾ। ਮੈਂ ਤਾਂ ਬਹੁਤ ਚੰਗਾ ਹਾਂ, ਮੈਂ ਤਾਂ ਬਹੁਤ ਗੁਣਵਾਨ ਹਾਂ, ਮੈਂ ਬਹੁਤ ਚੰਗਾ ਭਾਸ਼ਣ ਕਰਦਾ ਹਾਂ, ਮੈਂ ਬਹੁਤ ਚੰਗਾ ਗਿਆਨੀ ਹਾਂ, ਯੋਗ ਵੀ ਮੇਰਾ ਬੜਾ ਚੰਗਾ ਏ। ਲੇਕਿਨ ਚੰਗਾ ਤਾਂ ਹੈ, ਯੂਜ਼ ਕਿੰਨਾ ਕਰਦੇ ਹੋ? ਉਸ ਨੂੰ ਸਫਲ ਕਰੋ। ਸਹਿਜ ਵਿਧੀ ਸਣ ਕਾਰਜ ਵਿੱਚ ਲਗਾਉਣ ਦੀ ਵਧਾਓ। ਬਿਨਾਂ ਮਿਹਨਤ ਤੇ ਵਧਦੇ ਜਾਣਗੇ ਔਰ 21 ਜਨਮ ਫਿਰ ਤੁਸੀਂ ਆਰਾਮ ਨਾਲ ਬਹਿ ਕੇ ਖਾਓਗੇ। ਫਿਰ ਉੱਥੇ ਮਿਹਨਤ ਨਹੀਂ ਕਰਨੀ ਪਵੇਗੀ। ਇਸ ਲਈ ਬਾਪ ਸਮਝਾਉਂਦੇ ਰਹਿੰਦੇ ਸਨ। ਬਾਪ ਪੁੱਛਦੇ ਸਨ, ਸਾਰੇ ਖੁਸ਼ ਰਾਜੀ ਹੋ, ਸੰਤੁਸ਼ਟ ਹੋ? ਬਾਹਰ ਰਹਿਣ ਵਿੱਚ ਵੀ ਸੰਤੁਸ਼ਟ ਹੋਣਾ, ਇਹ ਵੀ ਡਰਾਮਾ ਦਾ ਪਾਰਟ ਸਨ। ਜਦੋਂ ਆਖਦੇ ਹੋ ਸਾਰਾ ਆਬੂ ਸਾਡਾ ਹੋਵੇਗਾ ਤਾਂ ਉਹ ਕਿਵੇਂ ਹੋਵੇਗਾ? ਪਹਿਲਾਂ ਆਪ ਜੀ ਚਰਨ ਤਾਂ ਰੱਖੋਗੇ ਨਾ। ਫਿਰ ਹੁਣ ਵੀ ਧਰਮਸ਼ਾਲਾ ਨਾਮ ਹੈਗਾ, ਉਹ ਆਪਣੀ ਹੋ ਜਾਵੇਗੀ। ਵੇਖੋ ਵਿਦੇਸ਼ੀ ਵੀ ਹੁਣ ਕਿੰਨੇ ਆਣ ਲੱਗ ਪਏ ਨੇ। ਚਰਚ ਇੰਨੇ ਨਹੀਂ ਜਾਂਦੇ ਜਿੰਨੇ ਬ੍ਰਹਮਾ ਕੁਮਾਰੀਆਂ ਕੋਲ ਆਉਂਦੇ ਸਨ, ਉਹਨਾਂ ਨੂੰ ਨਹੀਂ ਦਿੰਦੇ। ਇਹੋ ਜਿਹੇ ਵੱਡੇ ਵੱਡੇ ਸਥਾਨ ਸਨ, ਚੱਲ ਵੀ ਨਹੀਂ ਪਾਉਂਦੇ ਤਾਂ ਆਫਰ ਕਰਦੇ ਸਨ। ਤਾਂ ਬ੍ਰਾਹਮਣਾਂ ਦੇ ਚਰਨ ਤਾਂ ਹਰ ਜਗ੍ਹਾ ਪੈਣਗੇ ਨਾ। ਜਗ੍ਹਾ ਜਗ੍ਹਾ ਇਹਨਾਂ ਦਾ ਇਸ ਦੇ ਵਿੱਚ ਹੀ ਰਾਜ ਹੋਵੇਗਾ। ਬ੍ਰਾਹਮਣਾਂ ਨੂੰ ਰਹਿਣ ਦਾ ਡਰਾਮਾ ਵਿੱਚ ਪਾਰਟ ਮਿਲਿਆ ਹੋਇਆ ਏ। ਤਾਂ ਸਾਰਾ ਹੀ ਆਪਣਾ ਜਬ ਹੋ ਜਾਣਗੇ ਫਿਰ ਕੀ ਕਰਾਂਗੇ? ਆਪੇ ਹੀ ਤਾਂ ਸਾਰੇ ਆਫਰ ਕਰਨਗੇ ਨਾ ਕਿ ਆਪ ਜੀ ਹੀ ਸੰਭਾਲੋ, ਸਾਡੇ ਕੋਲ ਨਹੀਂ ਸੰਭਾਲਿਆ ਜਾਂਦਾ। ਆਸ਼ਰਮ ਵੀ ਸੰਭਾਲੋ। ਜਿਸ ਸਮਾਂ ਜੋ ਪਾਰਟ ਮਿਲਦਾ ਏ ਉਸ ਵਿੱਚ ਰਾਜੀ ਰਹਿ ਕੇ ਪਾਰਟ ਵਜਾਉਂਦੇ ਰਹੋ। ਅੱਛਾ, ਚਾਰਿਆਂ ਪਾਸਿਆਂ ਦੇ ਸਰਵ ਮਿਲਨ ਮਨਾਉਣ ਵਾਲੇ, ਗਿਆਨ ਰਤਨ ਧਾਰਨ ਕਰਨ ਵਾਲੇ ਚਾਤਰਕ ਆਤਮਾਵਾਂ ਨੂੰ ਆਕਾਰ ਰੂਪ ਵਿੱਚ ਵਾ ਸਾਕਾਰ ਰੂਪ ਵਿੱਚ ਮਿਲਨ ਮਨਾਉਣ ਵਾਲੀਆਂ ਸ੍ਰੇਸ਼ਟ ਆਤਮਾਵਾਂ ਨੂੰ ਸਦਾ ਸਰਵ ਖਜ਼ਾਨਿਆਂ ਨੂੰ ਸਫਲ ਕਰ
ਸਫਲਤਾ ਸਵਰੂਪ ਬਣਨ ਵਾਲੀ ਆਤਮਾਵਾਂ ਨੂੰ ਸਦਾ ਮੇਰਾ ਬਾਬਾ ਅਤੇ ਕੋਈ ਹੱਦ ਦਾ ਮੇਰਾਪਨ ਅੰਸ਼ ਮਾਤਰ ਵੀ ਨਾ ਰੱਖਣ ਵਾਲੇ ਬੇਹੱਦ ਦੇ ਵਿਰਾਗੀ ਆਤਮਾਵਾਂ ਨੂੰ ਸਦਾ ਹਰ ਸਮੇਂ ਵਿਧੀ ਦੁਆਰਾ ਸੰਪੂਰਨਤਾ ਦੀ ਸਿੱਧੀ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਅੱਜ ਦੀ ਮੁਰਲੀ ਦਾ ਵਰਦਾਨ ਹੈਗਾ, ਸ੍ਰੇਸ਼ਟ ਕਰਮਾਂ ਨਾਲ ਦੁਆਵਾਂ ਦਾ ਸਟਾਕ ਜਮ੍ਹਾਂ ਕਰਨ ਵਾਲੇ ਚੇਤਨਯ ਦਰਸ਼ਨੀय ਮੂਰਤ ਭਵ। ਜਿਹੜੇ ਵੀ ਕਰਮ ਕਰੋ ਉਸ ਵਿੱਚ ਦੁਆਵਾਂ ਦੋ ਅਤੇ ਦੁਆਵਾਂ ਲਓ। ਸ੍ਰੇਸ਼ਟ ਕਰਮ ਕਰਨ ਨਾਲ ਸਾਰਿਆਂ ਦੀ ਦੁਆਵਾਂ ਆਪੇ ਹੀ ਮਿਲਦੀਆਂ ਰਹਿੰਦੀਆਂ ਸਨ। ਸਭ ਦੇ ਮੁਖ ਤੋਂ ਨਿਕਲੇਗਾ ਕਿ ਇਹ ਬਹੁਤ ਚੰਗੇ ਸਨ। ਵਾਹ ਇਹਨਾਂ ਦੇ ਕਰਮ, ਵਾਹ ਇਹਨਾਂ ਦੇ ਕਰਮ ਯਾਦਗਾਰ ਬਣ ਜਾਂਦੇ ਸਨ। ਭਲ ਕੋਈ ਵੀ ਕੰਮ ਹੋਵੇ ਲੇਕਿਨ ਖੁਸ਼ੀ ਲਓ ਅਤੇ ਖੁਸ਼ੀ ਦਿਓ। ਦੁਆਵਾਂ ਦੋ ਤਾਂ ਦੁਆਵਾਂ ਲਓ। ਜਦੋਂ ਹੁਣ ਸੰਗਮ ਯੁੱਗ ਤੇ ਦੁਆਵਾਂ ਦੋਗੇ ਲੋਗੇ ਤਾਂ ਹੀ ਆਪ ਜੀ ਦੇ ਜੜ ਚਿੱਤਰ ਦੁਆਰਾ ਸਾਰਿਆਂ ਨੂੰ ਦੁਆਵਾਂ ਮਿਲਦੀਆਂ ਰਹਿਣਗੀਆਂ ਅਤੇ ਵਰਤਮਾਨ ਵਿੱਚ ਚੇਤਨਯ ਦਰਸ਼ਨੀय ਮੂਰਤ ਵੀ ਤੁਸੀਂ ਬਣ ਜਾਓਗੇ। ਅੱਜ ਦਾ ਸਲੋਗਨ ਹੈਗਾ, ਸਦਾ ਉਮੰਗ ਉਤਸ਼ਾਹ ਵਿੱਚ ਰਹੋ ਤਾਂ ਆਲਸ ਖਤਮ ਹੋ ਜਾਵੇਗਾ। ਸਦਾ ਉਮੰਗ ਉਤਸ਼ਾਹ ਵਿੱਚ ਰਹੋ ਤਾਂ ਆਲਸ ਖਤਮ ਹੋ ਜਾਵੇਗਾ। ਓਮ ਸ਼ਾਂਤੀ।